ਹੈਲੋ ਸਟੂਡੈਂਟਸ, ਮੈਂ ਰਾਜਪ੍ਰੀਤ ਕੌਰ, ਕੋਪਾ ਇੰਸਟਰਕਟਰ ਇਨ ਬਾਬਾ ਫਰੀਦ ITI ਕੋਟਸ਼ਮੀਰ। ਅੱਜ ਆਪਾਂ ਕੰਪਿਊਟਰ ਦਾ ਟੌਪਿਕ ਆਪਰੇਟਿੰਗ ਸਿਸਟਮ ਲਰਨ ਕਰਦੇ ਹਾਂ। ਫਸਟ ਕੁਐਸਚਨ ਆਪਣਾ ਕੀ ਆ, ਵਾਟ ਇਜ਼ ਆਪਰੇਟਿੰਗ ਸਿਸਟਮ? ਆਪਰੇਟਿੰਗ ਸਿਸਟਮ ਕੀ ਹੁੰਦਾ ਹੈ? ਆਪਰੇਟਿੰਗ ਸਿਸਟਮ ਇੱਕ ਸਿਸਟਮ ਸੌਫਟਵੇਅਰ ਹੁੰਦਾ ਹੈ ਜੋ ਕਿ ਯੂਜ਼ਰ ਦੇ ਵਿੱਚ ਅਤੇ ਜੋ ਕੰਪਿਊਟਰ ਹਾਰਡਵੇਅਰ ਹੈ ਉਸ ਦੇ ਵਿੱਚ ਇੰਟਰਫੇਸ ਵਜੋਂ ਕੰਮ ਕਰਦਾ ਹੈ। ਦੂਜੇ ਜੋ ਵੀ ਪ੍ਰੋਗਰਾਮ ਹੈ ਉਹਨਾਂ ਨੂੰ ਚਲਾਉਣ ਦੇ ਲਈ ਕੰਪਿਊਟਰ ਕੋਲ ਘੱਟੋ ਘੱਟ ਇੱਕ ਆਪਰੇਟਿੰਗ ਸਿਸਟਮ ਹੋਣਾ ਲਾਜ਼ਮੀ ਹੈ। ਹਾਰਡਵੇਅਰ ਅੰਡਰ ਕੀ ਆ ਜਾਂਦਾ ਹੈ, ਜਿਵੇਂ CPU, ਇਨਪੁਟ ਆਊਟਪੁੱਟ ਡਿਵਾਈਸ ਜਿਵੇਂ ਕੀਬੋਰਡ, ਮਾਊਸ, ਪ੍ਰਿੰਟਰ, ਸਕੈਨਰ ਐਂਡ ਰੈਮ। ਜਦੋਂ ਯੂਜ਼ਰ ਇਹਨਾਂ ਹਾਰਡਵੇਅਰ ਡਿਵਾਈਸ ਨੂੰ ਅਸੈਸ ਕਰਦਾ ਤਾਂ ਉਸ ਨੂੰ ਆਪਰੇਟਿੰਗ ਸਿਸਟਮ ਦੀ ਲੋੜ ਪੈਂਦੀ ਹੈ। ਮਤਲਬ ਆਪਰੇਟਿੰਗ ਸਿਸਟਮ ਦੀ ਮਦਦ ਨਾਲ ਹੀ ਯੂਜ਼ਰ ਕੀ ਹੈ, ਹਾਰਡਵੇਅਰ ਡਿਵਾਈਸ ਨੂੰ ਅਸੈਸ ਕਰਦਾ ਹੈ। ਜੇਕਰ ਸਿਸਟਮ ਦੇ ਵਿੱਚ ਆਪਰੇਟਿੰਗ ਸਿਸਟਮ ਨਹੀਂ ਹੋਵੇਗਾ ਤਾਂ ਯੂਜ਼ਰ ਨੂੰ ਹਾਰਡਵੇਅਰ ਡਿਵਾਈਸ ਨੂੰ ਅਸੈਸ ਕਰਨ ਦੇ ਲਈ ਪ੍ਰੋਗਰਾਮ ਲਿਖਣੇ ਪੈਣਗੇ। ਮੰਨ ਲਓ ਕੋਈ ਵਰਡ ਦੀ ਫਾਈਲ ਹੈ, ਉਸ ਨੂੰ ਪ੍ਰਿੰਟ ਕਰਨਾ ਤਾਂ ਜੇਕਰ ਆਪਰੇਟਿੰਗ ਸਿਸਟਮ ਨਹੀਂ ਹੈ ਸਿਸਟਮ ਵਿੱਚ ਤਾਂ ਉਸ ਨੂੰ ਕੀ ਕਰਨਾ ਪਊਗਾ, ਹਾਰਡਵੇਅਰ ਤੋਂ ਪ੍ਰਿੰਟ ਕਰਵਾਉਣ ਦੇ ਲਈ ਪ੍ਰੋਗਰਾਮ ਲਿਖਣਾ ਪਊਗਾ। ਪ੍ਰੋਗਰਾਮ ਲਿਖਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਇਸ ਤੋਂ ਬਿਨਾਂ ਹੋਰ ਵੀ ਬਹੁਤ ਰੀਜ਼ਨ ਹੁੰਦੇ ਆ ਜਿਨ੍ਹਾਂ ਕਰਕੇ ਵੀ ਆਰ ਯੂਜ਼ਿੰਗ ਆਪਰੇਟਿੰਗ ਸਿਸਟਮ, ਅਸੀਂ ਆਪਰੇਟਿੰਗ ਸਿਸਟਮ ਯੂਜ਼ ਕਰਦੇ ਹਾਂ। ਹੁਣ ਆਪਰੇਟਿੰਗ ਸਿਸਟਮ ਕੀ ਹੈ, ਇੰਸਟਰਕਸ਼ਨ ਦਾ ਸਮੂਹ ਹੁੰਦਾ ਜੋ ਕਿ ਸਟੋਰੇਜ ਡਿਵਾਈਸ ਵਿੱਚ ਸਟੋਰ ਰਹਿੰਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਆਪਰੇਟਿੰਗ ਸਿਸਟਮ, ਕਿ ਆਪਰੇਟਿੰਗ ਸਿਸਟਮ ਦੀਆਂ ਟਾਈਪਸ ਕਿਹੜੀਆਂ, ਕਿਸਮਾਂ ਕਿਹੜੀਆਂ ਹੁੰਦੀਆਂ। ਫਸਟ ਹੁੰਦੀ ਆਪਣੀ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ, ਸੈਕਿੰਡ ਕੀ ਹੈ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ। ਹੁਣ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਕੀ ਹੁੰਦਾ? ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਉਹ ਹੁੰਦਾ ਜਿਸ ਨੂੰ ਇੱਕ ਟਾਈਮ 'ਤੇ ਸਿਰਫ ਇੱਕ ਹੀ ਯੂਜ਼ਰ ਯੂਜ਼ ਕਰ ਸਕਦਾ ਹੈ। ਮੰਨ ਲਓ ਇੱਕੋ ਟਾਈਮ 'ਤੇ ਇੱਕ ਯੂਜ਼ਰ ਕੰਮ ਕਰ ਰਿਹਾ। ਫੋਰ ਐਗਜ਼ਾਮਪਲ ਕੀ ਹੈ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੀ, ਜਿਵੇਂ ਡੋਸ ਹੈ, ਜਿਵੇਂ ਅਸੀਂ ਮੋਬਾਇਲ ਹੈ, ਲੈਪਟਾਪ ਹੈ, ਘਰ ਦੇ ਵਿੱਚ ਕੰਪਿਊਟਰ ਹੈ ਉਹ ਯੂਜ਼ ਕਰਦੇ ਹਾਂ, ਉਹ ਸਾਰੇ ਕਿਸ ਦੇ ਅੰਡਰ ਆ ਜਾਂਦੇ ਆ, ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੀ। ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੀਆਂ ਵੀ ਦੋ ਟਾਈਪਸ ਹੁੰਦੀਆਂ। ਫਸਟ ਹੁੰਦੀ ਹੈ ਸਿੰਗਲ ਯੂਜ਼ਰ ਸਿੰਗਲ ਟਾਸਕ ਅਤੇ ਸੈਕਿੰਡ ਹੁੰਦੀ ਹੈ ਸਿੰਗਲ ਯੂਜ਼ਰ ਮਲਟੀ ਟਾਸਕ। ਜੋ ਸਿੰਗਲ ਯੂਜ਼ਰ ਸਿੰਗਲ ਟਾਸਕ ਹੈ ਇਸ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਸਿੰਗਲ ਯੂਜ਼ਰ ਹੈ ਅਤੇ ਇੱਕ ਹੀ ਕੰਮ ਕਰ ਰਿਹਾ। ਮੰਨ ਲਓ ਕੋਈ ਵਰਡ ਦੀ ਫਾਈਲ ਬਣਾ ਰਿਹਾ ਅਤੇ ਇੱਕ ਯੂਜ਼ਰ ਹੈ ਤਾਂ ਉਹ ਆਪਣਾ ਹੋ ਜਾਊਗਾ ਸਿੰਗਲ ਯੂਜ਼ਰ ਸਿੰਗਲ ਟਾਸਕ। ਸੈਕਿੰਡ ਹੁੰਦਾ ਆਪਣਾ ਸਿੰਗਲ ਯੂਜ਼ਰ ਮਲਟੀ ਟਾਸਕ, ਮਤਲਬ ਯੂਜ਼ਰ ਤਾਂ ਇੱਕ ਹੀ ਹੈ ਪਰ ਉਹ ਕੀ ਹੈ, ਕੰਮ ਇੱਕ ਤੋਂ ਜ਼ਿਆਦਾ ਕਰ ਰਿਹਾ। ਮੰਨ ਲਓ ਯੂਜ਼ਰ ਕੋਈ ਵਰਡ ਦੀ ਫਾਈਲ ਵੀ ਬਣਾ ਰਿਹਾ, ਨਾਲ ਨਾਲ ਉਹ ਸੌਂਗ ਸੁਣ ਰਿਹਾ, ਇੰਟਰਨੈਟ ਚਲਾ ਰਿਹਾ, ਤਾਂ ਇਹ ਕਿਸ ਦੇ ਅੰਡਰ ਆ ਜਾਂਦਾ, ਸਿੰਗਲ ਯੂਜ਼ਰ ਮਲਟੀ ਟਾਸਕ। ਸੈਕਿੰਡ ਟਾਈਪ ਕਿਹੜੀ ਹੁੰਦੀ ਆ ਆਪਰੇਟਿੰਗ ਸਿਸਟਮ ਦੀ, ਮਲਟੀ ਯੂਜ਼ਰ ਆਪਰੇਟਿੰਗ ਸਿਸਟਮ। ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਕਿਹੜਾ ਹੁੰਦਾ, ਜਦੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਯੂਜ਼ਰ ਇੱਕ ਟਾਈਮ 'ਤੇ ਕੰਮ ਕਰ ਰਹੇ ਹੈ ਤਾਂ ਉਹ ਕਿਹੜਾ ਆਪਰੇਟਿੰਗ ਸਿਸਟਮ ਹੋਊਗਾ, ਮਲਟੀ ਯੂਜ਼ਰ ਆਪਰੇਟਿੰਗ ਸਿਸਟਮ। ਫੋਰ ਐਗਜ਼ਾਮਪਲ ਕੀ ਆ, ਮੰਨ ਲਓ ਇੱਕ CPU ਹੈ, ਉਸ ਦੇ ਨਾਲ 3-4 ਯੂਜ਼ਰ ਅਟੈਚ ਹੈ। ਜੋ ਸਾਰਾ ਡਾਟਾ ਉਹ ਇੱਕ CPU 'ਤੇ ਪਿਆ ਅਤੇ ਸਾਰੇ ਯੂਜ਼ਰ ਹੈ ਜਿਹੜੇ ਉਹ ਇੱਕ CPU ਨੂੰ ਅਸੈਸ ਕਰ ਰਹੇ ਆ ਤਾਂ ਉਹ ਕਿਹੜਾ ਟਾਈਪ ਆ ਜਾਂਦੀ ਆਪਰੇਟਿੰਗ ਸਿਸਟਮ ਦੀ, ਮਲਟੀ ਯੂਜ਼ਰ ਆਪਰੇਟਿੰਗ ਸਿਸਟਮ। ਜੋ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੁੰਦਾ ਉਸ ਦੀਆਂ 3 ਟਾਈਪਸ ਹੁੰਦੀਆਂ। ਫਸਟ ਹੁੰਦੀ ਹੈ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਸੈਕਿੰਡ ਹੁੰਦੀ ਹੈ ਡਿਸਟਰੀਬਿਊਟਡ ਆਪਰੇਟਿੰਗ ਸਿਸਟਮ, ਥਰਡ ਹੁੰਦੀ ਹੈ ਮਲਟੀ ਪ੍ਰੋਸੈਸਰ ਸਿਸਟਮ। ਹੁਣ ਫਸਟ ਦੀ ਗੱਲ ਕਰਦੇ ਹਾਂ ਆਪਾਂ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਮੰਨ ਲਓ ਹੁਣ ਇੱਕ CPU ਹੈ, ਉਸਦੇ ਨਾਲ 5 ਜਾਂ 6 ਯੂਜ਼ਰ ਅਟੈਚ ਹੈ ਅਤੇ ਉਹ ਆਪਣਾ ਯੂਜ਼ਰ ਟਾਸਕ ਪੂਰਾ ਕਰਨ ਦੇ ਲਈ CPU ਨੂੰ ਰਿਕੁਐਸਟ ਭੇਜਦੇ ਆ ਤਾਂ CPU ਕੀ ਕਰਦਾ, ਹਰੇਕ ਯੂਜ਼ਰ ਨੂੰ ਟਾਸਕ ਪਰਫੋਰਮ ਕਰਨ ਦੇ ਲਈ ਟਾਈਮ ਦੇ ਦਿੰਦਾ। ਇਸ ਲਈ ਇਸ ਦੇ ਨਾਲ ਹੀ ਉਹ ਕੀ ਆ, ਮਲਟੀ ਪ੍ਰੋਗਰਾਮਿੰਗ ਕਰ ਸਕਦੇ ਆ। ਮੰਨ ਲਓ ਉਹਨਾਂ ਨੇ ਯੂਜ਼ਰ 1 ਨੂੰ ਟਾਈਮ ਦੇ ਤਾ, ਉਸ ਤੋਂ ਬਾਅਦ ਸਕਿਪ ਕਰਕੇ ਉਹ ਯੂਜ਼ਰ ਸੈਕਿੰਡ ਨੂੰ ਟਾਈਮ ਦਊਗਾ, ਫਿਰ ਥਰਡ ਨੂੰ ਦਊਗਾ। ਇਸੇ ਕਰਕੇ ਜਿਹੜਾ ਉਹ ਕੀ ਹੈ, ਟਾਈਮ ਦੇ ਹਿਸਾਬ ਨਾਲ ਉਹਨਾਂ ਨੂੰ ਟਾਸਕ ਪਰਫੋਰਮ ਕਰਨ ਦੇ ਲਈ
ਟਾਈਮ ਦਿੰਦਾ ਹੈ। ਸੈਕਿੰਡ ਆਪਣਾ ਆ ਜਾਂਦਾ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ। ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਹੁੰਦਾ, ਇੱਕ ਤੋਂ ਜ਼ਿਆਦਾ CPU ਹੁੰਦੇ ਆ ਅਤੇ ਇੱਕ ਤੋਂ ਜ਼ਿਆਦਾ ਯੂਜ਼ਰ, ਜਿਵੇਂ ਇੱਕੋ ਟਾਈਮ 'ਤੇ ਜ਼ਿਆਦਾ ਪ੍ਰੋਗਰਾਮ ਪਰਫੋਰਮ ਹੁੰਦੇ ਆ। ਇਸ ਨੂੰ ਕੀ ਕਹਿੰਦੇ ਆਪਾਂ, ਡਿਸਟ੍ਰੀਬਿਊਟਡ ਕਹਿੰਦੇ ਆ, ਕਿਉਂਕਿ ਉਹਨਾਂ ਦੇ ਜਿਹੜਾ ਕੰਮ ਹੁੰਦਾ ਹੈਗਾ ਉਹ ਉਹਨਾਂ ਦੇ ਟਾਈਮ ਦੇ ਹਿਸਾਬ ਨਾਲ ਡਿਸਟ੍ਰੀਬਿਊਟ ਹੋ ਜਾਂਦਾ। ਅਤੇ ਉਹ ਜੋ ਪ੍ਰੋਸੈਸਰ ਹੁੰਦੇ ਆ ਉਹ ਵੀ ਆਪਸ ਵਿੱਚ ਕਮਿਊਨੀਕੇਟ ਕਰਦੇ ਆ। ਕਿਸ ਦੀ ਮਦਦ ਨਾਲ ਕਰਦੇ ਆ, ਨੈਟਵਰਕ ਜਿਵੇਂ ਬਸ ਦੁਆਰਾ। ਥਰਡ ਆਪਣਾ ਆ ਜਾਂਦਾ ਮਲਟੀ ਪ੍ਰੋਸੈਸਰ ਸਿਸਟਮ। ਇਸ ਵਿੱਚ ਕੀ ਹੈ, ਇੱਕ ਤੋਂ ਜ਼ਿਆਦਾ ਪ੍ਰੋਸੈਸਰ ਮੀਨਸ CPU ਹੋਣਗੇ। ਮੰਨ ਲਓ CPU 3 ਹੈ, 1 2 3, ਤਾਂ ਉਹ ਕੀ ਹੈ, ਇੱਕ ਮੈਮਰੀ ਹੈ ਜਾਂ ਇੱਕੋ ਹੀ ਇਨਪੁਟ ਆਊਟਪੁੱਟ ਡਿਵਾਈਸ ਹੈ, ਤਾਂ ਬਾਕੀ ਸਭ ਕੁਝ ਸਿੰਗਲ ਹੋਊਗਾ। ਸਿਰਫ ਕੀ ਹੈ, ਮਲਟੀ ਪ੍ਰੋਸੈਸਰ ਇੱਕ ਤੋਂ ਜ਼ਿਆਦਾ ਹੋਣਗੇ। ਤਾਂ ਜੋ ਮਲਟੀ ਪ੍ਰੋਸੈਸਰ ਆਪਰੇਟਿੰਗ ਸਿਸਟਮ ਹੁੰਦੇ ਆ ਉਹ ਦੂਸਰੇ ਨਾਲ ਜ਼ਿਆਦਾ ਰਿਲਾਈਏਬਲ ਹੁੰਦੇ ਆ ਅਤੇ ਇਹਨਾਂ ਦੀ ਸਪੀਡ ਵੀ ਜ਼ਿਆਦਾ ਹੁੰਦੀ ਹੈ। ਨੈਕਸਟ ਆਪਾਂ ਕਰਦੇ ਹਾਂ ਡਿਫਰੈਂਸ ਬਿਟਵੀਨ ਸਿੰਗਲ ਯੂਜ਼ਰ ਐਂਡ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ, ਕਿ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੇ ਵਿੱਚ ਅਤੇ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਅੰਤਰ ਹੁੰਦਾ। ਫਸਟ ਕੀ ਆ, ਸਿੰਗਲ ਯੂਜ਼ਰ ਵਿੱਚ ਇੱਕ ਟਾਈਮ 'ਤੇ ਇੱਕ ਹੀ ਚੀਜ਼ ਮੈਨੇਜ ਕਰ ਸਕਦੇ ਹਾਂ, ਜਦੋਂ ਕਿ ਮਲਟੀ ਯੂਜ਼ਰ ਵਿੱਚ ਇੱਕ ਟਾਈਮ 'ਤੇ ਇੱਕ ਤੋਂ ਜ਼ਿਆਦਾ ਰਿਸੋਰਸ ਨੂੰ ਮੈਨੇਜ ਕਰ ਸਕਦੇ ਹਾਂ। ਸੈਕਿੰਡ ਕੀ ਆ, ਹੁਣ ਸਿੰਗਲ ਯੂਜ਼ਰ ਦੀ ਜੋ ਐਗਜ਼ਾਮਪਲ ਆ ਉਹ ਕੀ ਹੈ, MS-DOS ਹੈ, ਜਦੋਂ ਕਿ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਕਿਹੜੇ ਆ ਜਾਂਦੇ ਆ, ਲਾਈਨੈਕਸ, ਯੂਨਿਕਸ, ਵਿੰਡੋ। ਥਰਡ ਕੀ ਆ ਜਾਂਦਾ ਕਿ ਜੋ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਹੁੰਦਾ ਉਹ 2 ਟਾਈਪਸ ਦਾ ਹੁੰਦਾ। ਕਿਹੜਾ, ਫਸਟ ਹੁੰਦਾ ਸਿੰਗਲ ਯੂਜ਼ਰ ਸਿੰਗਲ ਟਾਸਕ, ਸੈਕਿੰਡ ਹੁੰਦਾ ਸਿੰਗਲ ਯੂਜ਼ਰ ਮਲਟੀ ਟਾਸਕ। ਦੂਸਰੇ ਪਾਸੇ ਆਪਾਂ ਕੀ ਕਹਿ ਸਕਦੇ ਹਾਂ, ਜੋ ਮਲਟੀ ਯੂਜ਼ਰ ਹੁੰਦਾ ਆਪਰੇਟਿੰਗ ਸਿਸਟਮ ਉਹ 3 ਟਾਈਪਸ ਦਾ ਹੁੰਦਾ, 3 ਤਰ੍ਹਾਂ ਦਾ ਹੁੰਦਾ। ਫਸਟ ਕਿਹੜਾ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਸੈਕਿੰਡ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ, ਅਤੇ ਥਰਡ ਆਪਣਾ ਆ ਜਾਂਦਾ ਮਲਟੀ ਪ੍ਰੋਸੈਸਰ ਸਿਸਟਮ। ਨੈਕਸਟ ਡਿਫਰੈਂਸ ਕੀ ਹੈ ਕਿ ਜੋ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਹੁੰਦਾ ਉਸ ਵਿੱਚ ਇਕੱਲੇ ਪ੍ਰਣਾਲੀਆਂ ਦਾ ਸਮਰਥਨ ਕੀਤਾ ਜਾਂਦਾ ਹੈ, ਜਦੋਂ ਕਿ ਮਲਟੀ ਯੂਜ਼ਰ ਵਿੱਚ ਕੀ ਹੁੰਦਾ, ਇਕੱਲੇ ਸਿਸਟਮ ਦਾ ਸਮਰਥਨ ਨਹੀਂ ਕੀਤਾ ਜਾਂਦਾ। ਨੈਕਸਟ ਡਿਫਰੈਂਸ ਕੀ ਆ ਜਾਂਦਾ ਆਪਣਾ, ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਨੂੰ ਵੱਧ ਤੋਂ ਵੱਧ ਲੋਕ ਆਪਣੇ ਨਿੱਜੀ ਕੰਪਿਊਟਰਾਂ ਜਾਂ ਲੈਪਟਾਪ 'ਤੇ ਵਰਤਦੇ ਆ, ਜਦੋਂ ਕਿ ਜੋ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ ਉਸ ਨੂੰ ਮੇਨ ਫਰੇਮ ਕੰਪਿਊਟਰ ਵਿੱਚ ਜ਼ਿਆਦਾਤਰ ਸਮੇਂ ਲਈ ਵਰਤਿਆ ਜਾਂਦਾ ਹੈ। ਨੈਕਸਟ ਡਿਫਰੈਂਸ ਕੀ ਹੈ ਕਿ ਜੋ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਹੈ ਉਹ ਸਧਾਰਨ ਹੈ, ਤਾਂ ਜੋ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ ਉਹ ਕੀ ਹੈ, ਕੰਪਲੈਕਸ ਹੈ। ਨੈਕਸਟ ਆਪਣਾ ਆ ਜਾਂਦਾ ਡਿਫਰੈਂਸ ਕਿ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਵਿੱਚ ਸੰਤੁਲਨ ਬਣਾ ਕੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ, ਜਦੋਂ ਕਿ ਜੋ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ ਉਸ ਵਿੱਚ ਸੰਤੁਲਨ ਦਾ ਧਿਆਨ ਰੱਖਣਾ ਪੈਂਦਾ ਹੈ, ਤਾਂ ਕਿ ਜੇਕਰ ਇੱਕ ਯੂਜ਼ਰ ਨਾਲ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਦੂਸਰੇ ਨੂੰ ਪ੍ਰਭਾਵਿਤ ਨਾ ਕਰ ਸਕੇ, ਉਸ ਨਾਲ ਦੂਜੇ ਨੂੰ ਪ੍ਰਭਾਵ ਨਾ ਪਵੇ। ਨੈਕਸਟ ਡਿਫਰੈਂਸ ਕੀ ਆ ਜਾਂਦਾ ਆਪਣਾ ਕਿ ਜੇਕਰ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਵਿੱਚ ਕੋਈ ਹੋਰ ਯੂਜ਼ਰ ਕੰਪਿਊਟਰ ਰਿਸੋਰਸ ਨੂੰ ਅਸੈਸ ਕਰਨਾ ਚਾਹੁੰਦਾ ਤਾਂ ਉਸ ਨੂੰ ਵੇਟ ਕਰਨੀ ਪੈਂਦੀ ਹੈ, ਜਿੰਨਾ ਚਿਰ ਪਹਿਲਾਂ ਵਾਲੀ ਕੰਪਲੀਟ ਨਹੀਂ ਹੁੰਦੀ। ਜੋ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੁੰਦਾ ਉਸ ਵਿੱਚ ਕੋਈ ਵੀ ਵੇਟ ਕਰਨ ਦੀ ਲੋੜ ਨਹੀਂ ਹੁੰਦੀ। ਮਤਲਬ ਕਿ ਜੇਕਰ ਸਿੰਗਲ ਯੂਜ਼ਰ ਵਿੱਚ ਇੱਕ ਕੰਪਿਊਟਰ ਰਿਸੋਰਸ ਨੂੰ ਇੱਕ ਯੂਜ਼ਰ ਯੂਜ਼ ਕਰ ਰਿਹਾ ਤਾਂ ਉਹੀ ਰਿਸੋਰਸ ਮਤਲਬ ਦੂਸਰੇ ਯੂਜ਼ਰ ਨੇ ਯੂਜ਼ ਕਰਨਾ ਤਾਂ ਉਸ ਨੂੰ ਵੇਟ ਕਰਨੀ ਪਊਗੀ। ਪਰ ਮਲਟੀ ਯੂਜ਼ਰ ਵਿੱਚ ਅਜਿਹਾ ਨਹੀਂ ਹੁੰਦਾ, ਜੋ ਰਿਸੋਰਸ ਹੈ ਉਸ ਨੂੰ ਇੱਕ ਤੋਂ ਜ਼ਿਆਦਾ ਯੂਜ਼ਰ ਇੱਕੋ ਟਾਈਮ 'ਤੇ ਯੂਜ਼ ਕਰ ਸਕਦੇ ਆ। ਸੋ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਕੀ ਸੀਗਾ, ਆਪਰੇਟਿੰਗ ਸਿਸਟਮ ਬਾਰੇ, ਕਿ ਆਪਰੇਟਿੰਗ ਸਿਸਟਮ ਕੀ ਹੁੰਦਾ, ਉਹ ਕਿੰਨੀ ਕਿਸਮ ਦਾ ਹੁੰਦਾ, ਅਤੇ ਸਿੰਗਲ ਯੂਜ਼ਰ ਅਤੇ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ। ਸੋ ਥੈਂਕ ਯੂ ਸਟੂਡੈਂਟਸ।